ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਚੌਥਾ ਛੰਤ। ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ, ਗੁਣ ਰਵਾ ਬਲਰਾਮ ਜੀਓ। ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ, ਗੁਣ ਰਵਾ ਬਲਰਾਮ ਜੀਓ। ਮਨ ਮੁਖ ਵਿਛੁੜੀ ਦੂਰ, ਮਹਿਲ ਨਾ ਪਾਏ। ਬਲ ਗਈ ਬਲਰਾਮ ਜੀਓ। ਅੰਤਰ ਮਮਤਾ ਕੂੜ, ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ। ਕੂੜ ਕਪਟ ਕਮਾਵੈ ਮਹਾ ਦੁਖ ਪਾਵੈ, ਵਿਣ ਸਤਿਗੁਰ ਮਗ ਨ ਪਾਇਆ। ਉਜੜ ਪੰਥ ਭ੍ਰਮੈ ਗਾਵਾਰੀ, ਖਿਨ ਖਿਨ ਧੱਕੇ ਖਾਇਆ। ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ। ਜਨਮ ਜਨਮ ਕੇ ਵਿਛੁੜੇ ਜਨ ਮੇਲੇ, ਨਾਨਕ ਸਹਿਜ ਸੁਭਾਏ। ਆਇਆ ਲਗਨ ਗਣਾਏ, ਹਿਰਦੈ ਤਨ ਉਮਾਹੀਆ ਬਲਰਾਮ ਜੀਓ। ਪੰਡਿਤ ਪਾਂਧੇ ਆਣ, ਪਤੀ ਬਹਿਵਾ ਚਾਈਆ। ਪਤੀ ਬਹਿਵਾ ਚਾਈਆ ਬਲਰਾਮ ਜੀਓ। ਪਤੀ ਵਾਚਾਈ ਮਨ ਵਜੀ ਵਧਾਈ, ਜਬ ਸਾਜਨ ਸੁਣੇ ਕਰ ਆਏ। ਗੁਣੀ ਗਿਆਨੀ ਬਹਿਮਤਾ ਪਕਾਇਆ, ਫੇਰੇ ਤਤ ਦਿਵਾਏ। ਵਰ ਪਾਇਆ ਪੁਰਖ ਅਗੰਮ ਅਗੋਚਰ, ਸਦ ਨਵ ਤਨ ਬਲ ਸਖਾਈ। ਸਦ ਨਵ ਤਨ ਬਾਲ ਸਖਾਈ, ਨਾਨਕ ਕਿਰਪਾ ਕਰ ਕੈ ਮੇਲੇ। ਵਿਛੁੜ ਕਦੇ ਨਾ ਜਾਈ। ਵਰ ਪਾਇਆ ਪੁਰਖ ਅਗੰਮ ਅਗੋਚਰ, ਸਦ ਨਵ ਤਨ ਬਾਲ ਸਖਾਈ। ਨਾਨਕ ਕਿਰਪਾ ਕਰ ਕੈ ਮੇਲੇ, ਵਿਛੁੜ ਕਦੇ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਸੀਮ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤ ਸੰਗਤ ਦਾ ਦੀਵਾਨ ਮਾਣ ਰਹੇ ਹਾਂ।
ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਚੱਲਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਉਚਰਿਤ ਕੀਤੀ ਇਹ ਪਾਵਨ ਬਾਣੀ, ਜਿਸ ਪਾਵਨ ਛੰਤ ਨੂੰ ਆਪ ਸਰਵਨ ਕਰ ਰਹੇ ਹੋ, ਇਸ ਦੇ ਸ਼ੁਰੂਆਤੀ 2 ਬੰਦ ਵਿਚਾਰੇ ਨੇ, ਲਾਸਟ 2 ਪਦੇ ਜੋ ਨੇ ਉਹਨਾਂ ਦਾ ਪਾਠ ਆਪਨੇ ਸਰਵਨ ਕੀਤਾ ਹੈ। ਹਰ ਇੱਕ ਪਦਾ ਇੱਕ ਡਿਫਰੈਂਟ ਮਜ਼ਮੂਨ ਨੂੰ ਲੈ ਕੇ ਸਾਡੇ ਸਾਹਮਣੇ ਆ ਰਿਹਾ। ਤੁਸੀਂ ਜਿਵੇਂ ਪਿੱਛੇ ਵੀ ਦੇਖਿਆ ਹੋਏਗਾ। ਅੱਜ ਦਾ ਪਦਾ ਜੋ ਹੈ, ਜਿੱਥੋਂ ਪ੍ਰਾਰੰਭ ਹੋ ਰਿਹਾ ਹੈ, ਗੁਰਦੇਵ ਜ਼ਿਕਰ ਕਰਦੇ ਨੇ, ਮਨਮੁਖ ਵਿਛੁੜੀ ਦੂਰ ਮਹਿਲ ਨਾ ਪਾਏ, ਬਲ ਗਈ ਬਲਰਾਮ ਜੀਓ, ਅੰਤਰ ਮਮਤਾ ਕੂਰ, ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ। ਇਹਦੇ ਵਿੱਚ ਪਹਿਲੀ ਬਾਤ ਤੇ ਹੈ ਕਿ ਮਨਮੁਖ ਵਿਛੁੜੀ ਦੂਰ, ਮਨਮੁਖ ਦੀ ਬਾਤ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੁਸੀਂ 3 ਲਫ਼ਜ਼ ਅਕਸਰ ਸੁਣਦੇ ਹੋ, ਗੁਰਮੁਖ, ਸਨਮੁਖ ਤੇ ਮਨਮੁਖ। ਜੋ ਕਿਸੇ ਦੇ ਸਨਮੁਖ ਹੋਣ ਦੀ ਗੱਲ ਹੁੰਦੀ ਹੈ, ਓਪਨਲੀ ਕਿਸੇ ਦੇ ਨਾਲ ਆਪਣਾ ਆਪਾ ਸ਼ੇਅਰ ਕਰਨਾ। ਮੋਸਟਲੀ ਬੰਦਾ ਇਹ ਹੁੰਦਾ ਹੈ ਕਿ ਅਸੀਂ ਆਪਣੀ ਜੋ ਵਨਰੇਬਿਲਿਟੀ ਹੈ, ਮਤਲਬ ਜੋ ਵੀਕਨੈਸ ਹੈ, ਜੋ ਸਟਰੈਂਥ ਹੈ, ਜੋ ਕੁਛ ਵੀ ਹੈ, ਵੀ ਆਲਵੇਜ਼ ਟਰਾਈ ਟੂ ਹਾਈਡ ਇਟ। ਵੀ ਡੋਂਟ ਵਾਂਟ ਟੂ ਸ਼ੇਅਰ ਵਿਦ ਸਮਵਨ, ਬਿਕੋਜ਼ ਸਾਨੂੰ ਲੱਗਦਾ ਹੈ ਕਿ ਜੇ ਕਿਸੇ ਨੂੰ ਸਟਰੈਂਥ ਦੱਸ ਦਿੱਤੀ ਤਾਂ ਅਗਲਾ ਸਾਨੂੰ ਆਈਡੀਆ ਲਾ ਲਏਗਾ, ਵਟ ਆਈ ਐਮ ਸਪੈਸ਼ਲ ਇਨ ਦੈਟ। ਜੇ ਮੈਂ ਵੀਕਨੈਸ ਦੱਸਦੀ ਤਾਂ ਹੋ ਸਕਦਾ ਹੈ ਅਗਲਾ ਮਜ਼ਾਕ ਉਡਾਏ ਜਾਂ ਮੇਰਾ ਕੋਈ ਬੈਨੀਫਿਟ ਲੈ ਲਵੇ। ਸੋ ਇਸ ਕਰਕੇ ਬੀ ਰਿਜ਼ਰਵਡ, ਇਹ ਮਨੁੱਖ ਦੇ ਵਿੱਚ ਹਮੇਸ਼ਾ ਮੁੱਢਕਦੀਮੀ ਰਹੀ ਬਾਤ। ਇਹ ਹੁਣ ਤੁਸੀਂ ਦੇਖੋਗੇ, ਛੋਟਾ ਜਿਹਾ ਬੱਚਾ ਵੀ ਟਰਾਈ ਕਰਦਾ ਹੈ ਆਪਣੇ ਇਮੋਸ਼ਨਸ ਨੂੰ ਹਾਈਡ ਕਰਨ ਦੀ। ਉਹਦੇ ਮਨੋਵੇਗ ਨੂੰ ਤੁਸੀਂ ਨਹੀਂ ਸਮਝ ਸਕਦੇ, ਉਹਦੇ ਮਨੋਭਾਵ ਨੂੰ ਅਸੀਂ ਗੈਸ ਕਰਦੇ ਹਾਂ, ਐਂਟੀਸਪੇਸ਼ਨ ਹੁੰਦੀ ਹੈ ਸਾਡੀ, ਅਸੀਂ ਯਤਨਸ਼ੀਲ ਹੁੰਦੇ ਹਾਂ ਸਾਰੇ ਵਾਸਤੇ। ਪਰ ਅਲਟੀਮੇਟਲੀ ਸਾਨੂੰ ਜਦੋਂ ਸਹੀ ਰੂਪ ਵਿੱਚ ਪਤਾ ਲੱਗਦਾ, ਸਾਨੂੰ ਪਤਾ ਲੱਗਦਾ ਨੋ, ਐਕਚੁਅਲੀ ਕੁਛ ਹੋਰ ਚੀਜ਼ ਸੀਗੀ। ਇਹਦਾ ਰੀਜ਼ਨ ਕੀ ਹੋਇਆ? ਬਿਨਾਂ ਸ਼ੱਕ ਅਸੀਂ ਕਿਸੇ ਦੇ ਬਿਲਕੁਲ ਸਨੇਹੀ ਵੀ ਹਾਂ, ਸੰਗ ਵੀ ਹਾਂ, ਪਰ ਜ਼ਰੂਰੀ ਨਹੀਂ ਸਨਮੁਖ ਹੋਈਏ। ਸਨਮੁਖ ਉਹੀ ਹੋਣਾ ਆ ਜਿੱਥੇ ਬਿਲਕੁਲ ਇੱਕ ਪੇਜ ਤੇ ਆ ਜਾਈਏ, ਉਸ ਰੂਪ ਦੇ ਵਿੱਚ ਹੈ। ਇਹ ਹੈ ਹਿਊਮਨ ਰਿਲੇਸ਼ਨਸ਼ਿਪ ਜਿਹੜੀ ਹੈ, ਇਹ ਸਨਮੁਖ ਹੋ ਕੇ ਵਧੀਆ ਬਣਦੀ ਹੈ। ਓਪਨਲੀ ਇੱਕ ਦੂਜੇ ਦੇ ਨਾਲ ਉਸ ਡਾਇਲੋਗ ਨੂੰ, ਉਸ ਇੱਕ ਵਰਤਾਓ ਤੇ ਵਰਤਾਰੇ ਨੂੰ ਸਿਰਜਣ ਦੇ ਨਾਲ। ਜਿਹੜੀ ਗੁਰਮੁਖ ਦਸ਼ਾ ਹੈ, ਇਹ ਹੈ ਗੁਰੂਮੁਖੀ ਹੋ ਜਾਣਾ, ਭਾਵ ਗੁਰੂ ਵੱਲ ਆਪਣਾ ਮੁਖ ਕਰ ਲੈਣਾ, ਗੁਰੂ ਆਸ਼ੇ ਮੁਤਾਬਕ ਹੀ ਹੋ ਜਾਣਾ। ਆਪਣਾ ਕੁਝ ਹੈ ਹੀ ਨਹੀਂ, ਆਪਣੀ ਕੁਝ ਸਭ ਸਮਾਪਤੀ ਹੋ ਗਈ। ਗੁਰੂ ਤੇ ਗੁਰੂ ਦਾ ਸੰਦੇਸ਼ ਸ਼ਬਦ ਜਿਹੜਾ ਆ, ਉਹੀ ਮੇਰਾ ਰੂਪ ਹੋ ਗਿਆ। ਜਿਹੜੀ ਥਲੜੀ ਦਸ਼ਾ ਆ, ਉਹ ਹੈ ਮਨਮੁਖ। ਮਨਮੁਖ ਦੀ ਦਸ਼ਾ ਇਹ ਹੈ ਕਿ ਮਨ ਦੇ ਵਿੱਚ, ਕਿਉਂਕਿ ਇੱਥੇ ਜਦੋਂ ਮਨ ਦੀ ਗੱਲ ਕੀਤੀ ਜਾ ਰਹੀ ਹੈ, ਇਹ ਸਾਡੇ ਜੀਵਨ ਦੇ ਵਿੱਚ ਆ ਰਹੇ ਖਿਆਲਾਂ, ਵਿਚਾਰਾਂ, ਇਹਨਾਂ ਸਭ ਦਾ ਇੱਕ ਮਨੌਤ ਹੈ ਪੂਰੇ ਦੀ ਪੂਰੀ। ਜੋ ਸਹੀ ਹੈ, ਗਲਤ ਹੈ, ਇਸ ਸਾਰੇ ਦਾ ਫੈਸਲਾ ਨਹੀਂ ਕਰਨ ਦਿੰਦੀ। ਬਸ ਜੋ ਮਨੌਤਾਂ ਬਣ ਗਈਆਂ, ਜੋ ਇੱਕ ਵਾਰੀ ਮਾਨਤਾ ਧਾਰਨ ਕਰ ਲਈ, ਬਸ ਉਹਦਾ ਹੀ ਪੁਜਾਰੀ ਬਣ ਕੇ ਬੰਦਾ ਤੁਰਿਆ ਲਗਾ ਜਾਏ। ਇਹਦੇ ਵਿੱਚ ਰਿਜਿਡਨੈਸ ਹੁੰਦੀ ਹੈ, ਇਹਦੇ ਵਿੱਚ ਕਿਸੇ ਕਿਸਮ ਦੇ ਨਾਲ ਵੀ ਤਬਦੀਲੀ ਦੇ ਕੋਈ ਮਿਆਦ ਨਹੀਂ ਰਹਿ ਜਾਂਦੀ। ਤੇ ਫਿਰ ਇਹ ਵੀ ਹੈ, ਇਹ ਕਈ ਵਾਰੀ ਇਸ ਜੀਵਨ ਦੀ ਵੀ ਨਹੀਂ ਹੁੰਦੀ। ਗੁਰੂ ਬਾਬਾ ਜੀ ਨੂੰ ਬੜੇ ਵੱਖਰੇ ਤਰੀਕੇ ਨਾਲ ਬਾਣੀ 'ਚ ਬਿਆਨ ਕਰਦੇ। ਮਨ ਦੀਆਂ ਜਦੋਂ ਲੇਅਰਸ ਬਿਆਨ ਹੁੰਦੀਆਂ ਨੇ, ਸਭ ਕਹਿੰਦੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਇਹ ਮਨ ਦਾ ਕਾਜ ਜਿਹੜਾ ਆ, ਇਹ ਸਾਧਣ ਦਾ ਕਾਜ ਹੈ। ਮਨ ਦੀ ਮੰਨਣ ਦਾ ਕਾਜ ਨਹੀਂ ਗਾ, ਮਨ ਆਈਆਂ ਕਰਨ ਦਾ ਕਾਜ ਨਹੀਂ ਗਾ, ਮਨ ਨੂੰ ਸੁਧਾਰਨ ਦਾ ਕਾਜ ਹੈ ਤੇਰੇ ਜੀਵਨ ਦੇ ਵਿੱਚ। ਸੁਧਾਰਨਾ ਕਿਉਂ ਆ? ਕਿਉਂਕਿ ਗੁਰੂ ਬਾਬਾ ਜੀ ਇੱਥੋਂ ਬਾਤ ਪਾਉਂਦੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਜਨਮਾਂ ਜਨਮਾਂਤਰਾਂ ਦੀ ਮੈਲ ਇਹ ਚੁੱਕੀ ਫਿਰਦਾ ਨਾਲ। ਹੁਣ ਜਿਹੜੇ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਨੇ, ਜਿਹਨੂੰ ਅਸੀਂ ਅੱਜ ਦੀ ਜ਼ਬਾਨ ਦੇ ਵਿੱਚ ਆਵਰ ਹਿਊਮਨ ਟ੍ਰੇਟਸ ਕਹਿ ਦਿੰਦੇ ਹਾਂ, ਇਹ ਤੇ ਜਨਮਜਾਤ ਨਾਲ ਹੀ ਆ ਰਹੇ ਨੇ ਸਾਡੇ।
ਸੋ ਉਹਨਾਂ ਦੇ ਨਾਲ ਸਿੱਝਣਾ, ਉਹਨਾਂ ਦੇ ਨਾਲ ਨਜਿੱਠਣਾ, ਇਹਦੇ ਲਈ ਸਾਨੂੰ ਸਪੋਰਟ ਚਾਹੀਦੀ ਹੈ, ਸਾਨੂੰ ਗਾਈਡੈਂਸ ਚਾਹੀਦੀ ਹੈ, ਸਾਨੂੰ ਹੈਲਪ ਚਾਹੀਦੀ ਹੈ, ਸਾਨੂੰ ਐਜੂਕੇਸ਼ਨ ਚਾਹੀਦੀ ਹੈ। ਇਹ ਸਭ ਚੀਜ਼ਾਂ ਚਾਹੀਦੀਆਂ। ਇਸ ਵਾਸਤੇ ਸਾਨੂੰ ਕਿਸੇ ਦੇ ਸਨਮੁਖ ਹੋਣਾ ਪਏਗਾ। ਸਨਮੁਖ ਉਹਦੇ ਜਿਸ 'ਤੇ ਅਸੀਂ ਭਰੋਸਾ ਕਰ ਸਕੀਏ, ਵਿਸ਼ਵਾਸ ਕਰ ਸਕੀਏ। ਅਦਰਵਾਈਜ਼ ਜਿਹੜੀ ਹੈ ਉਹ ਬਾਤ ਨਹੀਂ ਬਣ ਪਾਏਗੀ। ਜੇ ਸਨਮੁਖ ਕਿਸੇ ਗਲਤ ਜਗ੍ਹਾ 'ਤੇ ਹੋ ਜਾਵਾਂਗੇ ਤੇ ਫਿਰ ਹੋਏਗਾ ਇਹ ਕਿ ਜਿਹਨੂੰ ਸਾਹਿਬ ਨੇ ਕਿਹਾ ਸੀਗਾ ਕਿ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਮਨ ਦਾ ਮੁਰੀਦ ਕਈ ਵਾਰੀ ਅਸਲ ਸਾਹਿਬ ਨੂੰ ਛੱਡ ਕੇ ਬੰਦਿਆਂ ਦਾ ਬੰਦਾ ਬਣ ਜਾਂਦਾ, ਬੰਦਿਆਂ ਦੇ ਮਗਰ ਤੁਰ ਪੈਂਦਾ, ਉਹਨਾਂ ਨੂੰ ਆਈਡੀਅਲ ਬਣਾ ਲੈਂਦਾ ਹੈਗਾ। ਉਹ ਰਿਲੀਜੀਅਸ ਸਾਈਡ ਤੋਂ ਵੀ ਹੋ ਸਕਦੇ ਨੇ, ਉਹ ਪੋਲੀਟੀਕਲ ਸਾਈਡ ਤੋਂ ਵੀ ਹੋ ਸਕਦੇ ਨੇ, ਉਹ ਸੋਸ਼ਲ ਸਾਈਡ ਤੋਂ ਵੀ ਹੋ ਸਕਦੇ, ਕਿਸੇ ਤਰੀਕੇ ਦੇ ਨਾਲ। ਫਿਰ ਉਹਨਾਂ ਦੇ ਉੱਤੇ ਬੇਪਨਾਹ ਭਰੋਸਾ ਕਰਦਿਆਂ ਹੋਇਆਂ ਉਹਨਾਂ ਦੇ ਮਗਰ ਤੁਰੇ ਜਾਣਾ ਉਸ ਰੂਪ ਦੇ ਵਿੱਚ। ਤੇ ਜਿਹਨੂੰ ਕਿਹਾ ਗਿਆ ਕਿ ਕਈ ਵਾਰੀ ਅੰਧਾ ਆਗੂ ਜੇ ਥੀਐ ਸਭ ਸਾਖ ਮੁਹਾਏ। ਜਦੋਂ ਆਪ ਅੰਨਾ ਆ ਤੇ ਜੋ ਪਿੱਛੇ ਲੱਗੇ ਨੇ ਉਹ ਵੀ ਸਾਰੇ ਪੂਰ ਦੇ ਪੂਰ ਡੋਬ ਦੇਗਾ ਸਾਰੇ। ਸੋ ਇਹ ਇੱਕ ਪੋਸੀਬਿਲਿਟੀ ਹੈ ਬੰਦੇ ਦੇ ਵਿੱਚ, ਇਸ ਲੈਵਲ 'ਤੇ ਬਾਤ ਆ। ਸੋ ਇਸ ਕਰਕੇ ਕਿਹਾ ਗਿਆ ਸਤਿਗੁਰ ਦਾ ਪੱਲਾ ਫੜ, ਐਸਾ ਨਾ ਹੋਏ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਤੇ ਫਿਰ ਇਹਦੇ 'ਚ ਕੋਈ ਵੈਲਿਊ ਨਹੀਂ ਕਰਦੀ। ਹੁਕਮੀ ਬੰਦਾ ਹੋਏ ਕਿ ਨਿੱਤ ਉੱਠ ਜਾਏ ਸਲਾਮ ਕਰਨ ਦਾ। ਤੂੰ ਬੜਾ ਹੁਕਮ ਪਾਲਕ ਵੀ ਹੈ, ਤੂੰ ਬਿਲਕੁਲ ਦੱਸੇ ਦੇ ਮੁਤਾਬਕ ਚੱਲ ਰਹੇ ਹੈ, ਸਭ ਕੁਝ ਹੋ ਰਿਹਾ, ਪਰ ਐਕਚੁਅਲ ਲੈਵਲ 'ਤੇ ਜਿਹੜੀ ਸਾਰੀ ਗਾਈਡੈਂਸ ਆ, ਸਾਰਾ ਕੁਛ ਆ ਜੀ, ਉਹੀ ਰੋਂਗ ਡਾਇਰੈਕਸ਼ਨ ਨੂੰ ਲੈ ਕੇ ਜਾ ਰਿਹਾ। ਸਪੋਜ਼ ਕਰੋ ਨਾ ਇੰਜਣ ਦਾ ਕੰਮ ਤੇ ਚੱਲਣਾ ਆ, ਵੀਲਸ ਦਾ ਕੰਮ ਤੇ ਜਸਟ ਜਿਹੜਾ ਹੈਗਾ ਮੂਵ ਕਰਨਾ ਆ, ਉਹ ਚੀਜ਼ਾਂ ਆਪਣੇ ਤਰੀਕੇ ਨਾਲ ਠੀਕ ਕੰਮ ਕਰ ਰਹੀਆਂ ਨੇ। ਪਰ ਜਿਹੜਾ GPS ਆ, ਜਿਹੜਾ ਡਰਾਈਵਰ GPS ਤੇ ਜਿਹੜਾ ਡਿਪੈਂਡ ਕਰਦਾ, ਤੇ GPS ਜਿਹੜਾ ਆ ਉਹ ਡਾਇਰੈਕਸ਼ਨ ਹੀ ਗਲਤ ਦੇਈ ਜਾ ਰਿਹਾ। ਫਿਰ ਹੋਏਗਾ ਕਿ ਜਿੰਨਾ ਵੱਧ ਉਹਦੇ 'ਚ ਪਾਵਰ ਹੈ, ਜਿੰਨੀ ਵੱਧ ਉਹ ਗੱਡੀ ਮੂਵ ਕਰ ਰਹੀ ਹੈ, ਹੋ ਸਕਦਾ ਹੈ ਜਿਹੜਾ ਉਹਦਾ ਡੈਸਟੀਨੇਸ਼ਨ ਹੈਗਾ ਆ ਉਹ ਏ ਡਾਇਰੈਕਸ਼ਨ ਨੂੰ ਹੋਏ, ਇਸ ਸਾਈਡ ਨੂੰ ਜਾਣਾ ਹੋਵੇ, B ਨੂੰ ਜਾ ਰਿਹਾ ਹੋਏ। ਤੇ ਹੁਣ ਹੋ ਕੀ ਰਿਹਾ, ਉਸੇ ਐਨਰਜੀ ਦੇ ਨਾਲ ਜਿੰਨਾ ਨੇੜੇ ਜਾਣਾ ਸੀ ਉਤਨਾ ਦੂਰ ਹੁੰਦਾ ਗਿਆ। ਲਾਈਨ ਦੇਖਿਓ ਤੁਸੀਂ, ਮਨਮੁਖ ਵਿਛੜੀ ਦੂਰ, ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ। ਇਹ ਮਨ ਦੀ ਐਨਰਜੀ ਹੈ ਜਿਹੜੀ ਕਿਸੇ ਚੀਜ਼ ਦੇ ਨੇੜੇ ਵੀ ਲਿਆ ਸਕਦੀ ਹੈ, ਕਿਸੇ ਤੋਂ ਦੂਰ ਵੀ ਲਿਜਾ ਸਕਦੀ ਹੈ। ਇਹ ਤੇ ਡਿਪੈਂਡ ਕਰਦਾ ਹੈ ਜਿਹੜੀ ਡਾਇਰੈਕਸ਼ਨ ਆ, ਜਿਹੜਾ ਮੂਵ ਕਰਨਾ ਆ, ਟੂਵਰਡ ਕਿਸ ਡਾਇਰੈਕਸ਼ਨ ਨੂੰ ਕਰ ਰਹੇ ਆ ਮੂਵ ਉਸ ਰੂਪ ਦੇ ਵਿੱਚ। ਫਿਰ ਬੇਸਿਕ ਲਾਈਨ ਤੇ ਕੁਝ ਬੇਨਤੀਆਂ ਕਰ ਦੇਵਾਂ, ਕਿਉਂਕਿ ਚੀਜ਼ਾਂ ਜਿਹੜੀਆਂ ਨੇ ਕਈ ਵਾਰੀ ਸੁਰਤ 'ਚ ਪਕੜ 'ਚ ਆ ਜਾਣ। ਮੈਂ ਬੇਨਤੀ ਕਰ ਰਿਹਾ ਕਿ ਜੋ ਬਾਤ ਹੈ ਸਨਮੁਖ, ਮਨਮੁਖ ਤੇ ਗੁਰਮੁਖ, ਅਸੀਂ ਮੋਸਟਲੀ ਤੇ ਸੌਰੀ ਟੂ ਸੇ ਜਿਹੜਾ ਮੈਡੀਟੇਸ਼ਨ ਦਾ ਅਸਲ ਕੌਨਸੈਪਟ ਆ, ਜੋ ਗੁਰਬਾਣੀ ਦੇ ਮੁਤਾਬਕ ਜਿੰਨੀ ਕੁ ਸਮਝ ਲੱਗੀ ਉਹਦੇ ਮੁਤਾਬਕ ਮੈਂ ਬਾਤ ਕਰਾਂ ਤੇ ਇਵਨ ਜਿਹੜਾ ਮਾਡਰਨ ਲਿਟਰੇਚਰ ਦੇ ਵਿੱਚ ਵੀ ਜਿੰਨਾ ਕੁ ਲੋਕਾਂ ਨੇ ਇਹਦੇ ਬਾਰੇ ਲਿਖਿਆ, ਸਮਝਾਉਣ ਦੀ ਟਰਾਈ ਕੀਤੀ ਹੈ, ਇਹ ਹੈ ਕਿ ਆਪਣੇ ਆਪ ਨੂੰ ਜਾਣਨਾ, ਚੀਨਣਾ, ਪਹਿਚਾਨਣਾ। ਜਨ ਬਣਨਾ ਹੈ ਨਾ, ਤੇ ਉਹਦੇ ਲਈ ਬੰਦਾ ਆਪਣੇ ਥਾਟਸ ਨੂੰ, ਆਪਣੇ ਖਿਆਲਾਂ ਨੂੰ, ਉਹਨਾਂ ਦੇ ਰੂਟਸ ਨੂੰ, ਉਹਨਾਂ ਦੇ ਇਨਫਲੂਐਂਸ ਨੂੰ, ਉਹਨੂੰ ਵਿਜ਼ਿਟ ਕਰਦਾ ਹੈ। ਗੁਰਬਾਣੀ ਇਸ ਰੂਪ ਵਿੱਚ ਸਮਝਾਉਂਦੀ, ਦੱਸਦੀ ਹੈ। ਜਿਵੇਂ ਸਪੋਜ਼ ਕਰੋ ਬੰਦਾ ਥੋੜਾ ਅੰਦਰ ਡੀਪ ਲੈਵਲ ਤੇ ਜਾਏ ਤੇ ਪਤਾ ਇਹ ਲੱਗੇ ਕਿ ਓਹ ਮੈਂ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਕਹਿ ਰਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ, ਪਰ ਅੰਦਰ ਤੇ ਬੁਰਾ ਚੱਲ ਰਿਹਾ। ਅੰਦਰ ਤੇ ਕਿਸੇ ਨੂੰ ਜੇ ਕੋਈ ਸੂਲੀ ਵੀ ਚੜ੍ਹ ਜਾਂਦਾ ਤੇ ਮੈਨੂੰ ਕਿਸੇ ਦੇ ਸੂਲ ਚੁੱਭਣ ਜਿੰਨੀ ਵੀ ਪੀੜ ਨਹੀਂ ਹੁੰਦੀ। ਅੰਦਰ ਤੇ ਹਾਲਤ ਇਹ ਹੈ ਵੀ ਕਿਸੇ ਨੂੰ ਪੱਗ ਵੱਜੇ ਖੁਸ਼ੀ ਹੋਏ ਨਾ ਹੋਏ, ਪਰ ਕਿਸੇ ਦੀ ਪੱਗ ਲੈ ਜੇ ਤੇ ਚਾਅ ਚੜ੍ਹ ਜਾਂਦਾ ਹੈ। ਇਹਦਾ ਮਤਲਬ ਅੰਦਰ ਤੇ ਬਹੁਤ ਐਸਾ ਕੁਝ ਚੱਲ ਰਿਹਾ। ਤੇ ਬੰਦਾ ਫਿਰ ਜਿਵੇਂ ਬਾਹਰੋਂ ਆ ਵੀ ਨਹੀਂ ਚੰਗੇ ਨੂੰ ਚੰਗਾ, ਮਾੜੇ ਨੂੰ ਮਾੜਾ ਕਹਿਣ ਦੀ ਆਦਤ ਆਪਣੇ ਆਪ ਨੂੰ ਅੰਦਰ ਵੀ ਦੱਸੀ ਜਾਂਦਾ, ਨਹੀਂ ਠੀਕ ਹੈ ਕੋਈ ਗੱਲ ਨਹੀਂ। ਹਾਲਾਂਕਿ ਅੰਦਰ ਥਾਟ ਚੱਲੀ ਜਾ ਰਿਹਾ ਲਗਾਤਾਰਤਾ ਦੇ ਨਾਲ।
ਜਨ ਉਹ ਹੈ ਜਿਹੜਾ ਆਪਣੇ ਆਪ ਨੂੰ ਜਾਣਦਾ, ਚੀਣਦਾ ਆ। ਜਨ ਦੀ ਪਹਿਚਾਣ ਤੁਹਾਡੇ ਸਾਹਮਣੇ ਬਾਣੀ ਦੇ ਰਹੀ ਹੈ। ਭਗਤ ਫਰੀਦ ਜੀ, ਐਸੀ ਰੂਹ ਕਿੱਥੋਂ ਲੱਭਾਂਗੇ? ਸ਼ਕਰਗੰਜ ਮਤਲਬ ਮਠਾਸ ਦਾ ਪਹਾੜ, ਮਠਾਸ ਦਾ ਖਜ਼ਾਨਾ। ਬਚਨ ਕੀ ਨੇ? ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਹੁਣ ਕਾਲੇ ਕੱਪੜੇ ਪਾਲੇ, ਕਾਲਾ ਵੇਸ ਕਰ ਲਿਆ, ਸੂਫੀ ਬਣ ਗਏ। ਦੁਨੀਆ ਦੇ ਵਿੱਚ ਜ਼ਿੰਦਗੀ ਸਾਦਗੀ ਨਾਲ ਭਰ ਗਈ, ਇਤਨੀ ਸਾਦਗੀ ਨਾਲ ਭਰ ਗਈ ਕਿ ਹਾਲਤ ਅਸੀਂ ਇਸ ਤੱਕ ਬਿਆਨ ਕਰਦੇ ਹਾਂ। ਉਹਦੇ ਵਿੱਚ ਉਹਨਾਂ ਨੂੰ ਦੇਖਦੇ ਹਾਂ ਕਿ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ। ਮਤਲਬ ਕਿਸੇ ਨਾਲ ਈਰਖਾ ਦਵਾਇਖ ਨਹੀਂ। ਬਗਾਨੀ ਚੋਪੜੀ ਵੇਖ ਕੇ ਆਪਣਾ ਬੰਦਾ ਜਿਹੜਾ ਹੈਗਾ ਜੀਤ ਰਸਾਉਂਦਾ ਨਾ। ਫਰੀਦਾ ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਸੰਤੋਖ। ਇਹ ਜਿਹੜੀ ਹਾਲਤ ਆ, ਭਾਵ ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਦਵੈਖ ਨਹੀਂ, ਕਿਸੇ ਨਾਲ ਸਾੜਾ ਨਹੀਂ, ਕਿਸੇ ਨਾਲ ਕੰਪੀਟੀਸ਼ਨ ਨਹੀਂ। ਨੋ, ਟੋਟਲੀ ਆਪਣੇ ਆਪ ਨੂੰ ਸੁਧਾਰਨ ਦੀ, ਆਪਣੇ ਆਪ ਨੂੰ ਸਮਝਣ ਸਮਝਾਉਣ ਦੀ ਬਾਤ ਆ। ਇਹਦਾ ਮਤਲਬ ਇਹ ਨਹੀਂ ਕਿ ਜ਼ਿੰਦਗੀ 'ਚ ਕਮਾਉਣਾ ਨਹੀਂ, ਚੰਗਾ ਖਾਣਾ ਨਹੀਂ। ਗੁਰਬਾਣੀ ਤੇ ਕਹਿੰਦੀ ਹਾਂ ਕਮਾਓ ਖਾਓ ਸਭ ਇਹ ਰੂਪ ਦੇ ਵਿੱਚ। ਭਗਤ ਫਰੀਦ ਜੀ ਆਪ ਬੜਾ ਜਿਹੜਾ ਹੈਗਾ ਬੜਾ ਵਧੀਆ ਜੀਵਨ ਉਹਨਾਂ ਆਪ ਬਤੀਤ ਕੀਤਾ। ਪਰ ਜਿਹੜੀ ਬਾਤ ਸਮਝਾਈ ਉਹ ਇਹ ਕਿ ਮੈਂ ਇਸ ਸਾਰੇ ਜਿਹੜਾ ਅਖੌਤੀ ਮੁਕਾਬਲੇਬਾਜ਼ੀ ਹੈ, ਸੋ ਕਾਲਡ ਕੰਪੀਟੀਸ਼ਨ ਹੁੰਦਾ ਆ, ਮੈਂ ਇਸ ਤੋਂ ਬਾਹਰ ਹਾਂ। ਮੈਂ ਇਹਦਾ ਪਾਰਟ ਨਹੀਂ ਹੈਗਾ। ਮੈਂ ਕਿਸੇ ਸੋਸ਼ਲ ਸੈਟਿੰਗ ਦੇ ਵਿੱਚ, ਕਿਸੇ ਸਮਾਜਿਕ ਵਰਤਾਰੇ ਦੇ ਵਿੱਚ ਇਸ ਕਿਸਮ ਦੇ ਜੀਵਨ ਵਿਹਾਰ ਨੂੰ ਐਕਸੈਪਟ ਨਹੀਂ ਕਰਦਾ। ਨਾ ਮੇਰੀ ਇੱਛਾ ਹੈ ਇਸ ਕਿਸਮ ਦੇ ਨਾਲ। ਤਾਂ ਸੂਫੀ ਹੋ ਗਏ। ਫਿਰ ਸੂਫੀ ਇਹੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜੀਵਨ ਦੀਆਂ ਲਾਲਸਾਵਾਂ ਜਿਹੜੀਆਂ ਨੇ, ਜਿਨ੍ਹਾਂ ਨੇ ਮੈਨੇਜ ਕਰ ਲਈਆਂ, ਸਿੱਖ ਲਈਆਂ ਨੇ, ਜਿਨ੍ਹਾਂ ਨੂੰ ਡਿਜ਼ਾਇਰਸ ਜਿਹੜੀਆਂ ਅਨਲਿਮਿਟਿਡ ਡਿਜ਼ਾਇਰਸ ਨੇ। ਦੇਖੋ ਨਾ, ਮਤਲਬ ਇਹ ਮਨੋ ਦਸ਼ਾ ਆ ਜਿਹੜੀ ਮੈਂ ਬਾਤ ਕੀਤੀ ਕਿ ਆਲੇ ਦੁਆਲੇ ਤੋਂ ਕੀ ਹੁੰਦਾ ਆ। ਤੁਸੀਂ ਘਰੋਂ ਬਾਹਰ ਨਿਕਲੇ, ਕੋਈ ਸ਼ੌਕ ਜਿਹਾ ਰੰਗ ਦੇਖਿਆ, ਲੱਗਾ ਹਾਂ ਇਹਦਾ ਮਾਲਕ ਮੈਂ ਬਣ ਜਾਵਾਂ। ਜਿਹੜੀ ਇਹ ਫਿਊਡਲ ਸਿਸਟਮ ਨੂੰ ਅਸੀਂ ਜਗੀਰਦਾਰੀ ਨਿਜ਼ਾਮ ਕਹਿੰਦੇ ਆ, ਜਿਹੜਾ ਇਹ ਜਗੀਰੂ ਬਿਰਤੀ ਹੈ। ਹਰ ਥਾਂ ਤੇ ਮੇਰੀ ਜਗੀਰ ਹੋਇਆ। ਵੈਸੇ ਪਸ਼ੂ ਬਿਰਤੀ ਹੈ। ਤੁਸੀਂ ਕਦੇ ਦੇਖਿਆ ਹੋਏ ਕੁੱਤਿਆਂ ਨੂੰ, ਬਿੱਲੀਆਂ ਨੂੰ, ਡੂ ਦੇ ਹੈਵ ਐਨੀ ਯੂਰਿਨ ਪ੍ਰੋਬਲਮ? ਨੋ। Why are they then naturally just leaking their urines wherever they go? They want to tell everyone this is my treaty. ਮੈਂ ਇੱਥੇ ਮੇਰੀ ਇੱਥੇ ਜਿਹੜਾ ਹੈਗਾ। ਤੇ ਖਾਸ ਕਰਕੇ ਜਿਹੜਾ ਆਪਣਾ ਉਹਨਾਂ ਦਾ ਉਹ ਪਾਰਟ ਹੈ ਉਹਨਾਂ ਦੀ ਬਾਡੀ ਦੀ, ਕਿਉਂਕਿ ਆਪਣੀ ਸਮੈਲ ਛੱਡਣੀ ਚਾਹੁੰਦੇ ਨੇ ਆਪਣੇ ਆਪ ਨੂੰ ਉੱਥੇ ਵੀ ਮੈਂ ਇੱਥੇ ਆਇਆ, ਮੈਂ ਇੱਥੇ, ਜਾਂ ਸਮੈਲ ਕਰਦੇ ਕੋਈ ਹੋਰ ਤਾਂ ਨਹੀਂ ਆਇਆ ਇੱਥੇ। ਇਸ ਤਰੀਕੇ ਦੇ ਨਾਲ ਬੰਦਾ ਵੀ ਇਸੇ ਤਰੀਕੇ ਦੇ ਨਾਲ ਹੈ। ਐਂਡ ਆਫ ਦਾ ਡੇ ਰਹਿਣ ਲਈ ਤੇ ਬੰਦੇ ਨੂੰ ਇੱਕ ਸਿਰ ਦੀ ਛੱਤ ਤੇ ਇੱਕ ਬਿਸਤਰ ਸੌਣ ਵਾਸਤੇ, ਖਾਣ ਲਈ 2 ਪ੍ਰਸ਼ਾਦੇ, ਪਾਉਣ ਲਈ ਕੁਝ ਬਸਤਰ, ਇਹੀ ਸਭ ਕੁਝ ਹੁੰਦਾ ਆ। ਪਰ ਬੰਦਾ ਕਹਿੰਦਾ ਨਹੀਂ ਮੇਰੇ ਨਾਲ ਹਰ ਚੀਜ਼ ਜੁੜਦੀ ਜਾਏ, ਮੈਂ ਇਹਨੂੰ ਵੀ ਓਨ ਕਰਾਂ, ਇਹਨੂੰ ਵੀ ਓਨ ਕਰਾਂ, ਇਹਨੂੰ ਮੈਂ ਮਲਕੀਅਤ, ਮੇਰੀ ਜਗੀਰ ਹੋਏ ਸਾਰਾ ਕਾਸਾ। ਸੋ ਸਾਰੀ ਜਿਹੜੀ ਜਗੀਰੂ ਬਿਰਤੀ ਹੈ ਇਸ ਰੂਪ ਦੇ ਵਿੱਚ ਬੰਦੇ ਨੂੰ ਜਿਹੜੀ ਉਹ ਮਾਰਦੀ ਤੁਰਦੀ ਲੱਗੀ ਜਾਂਦੀ ਹੈ। ਇਹ ਦੋਲਾ ਨੁਕਸਾਨ ਕਰਦੀ ਹੈ। ਜਿਹੜਾ ਇਸ ਰਾਹ ਤੇ ਤੁਰਦਾ ਆ ਆਪਣਾ ਤਾਂ ਨੁਕਸਾਨ ਕਰਦਾ ਹੀ ਹੈ। ਪਰ ਜੇ ਉਹਨੂੰ ਪ੍ਰੋਪਰ ਮੋੜਿਆ ਨਾ ਜਾਏ, ਉਹਨੂੰ ਹੋੜਿਆ ਨਾ ਜਾਏ ਉਹਦੇ ਤੋਂ, ਉਹ ਆਲੇ ਦੁਆਲੇ ਦਾ ਬੜਾ ਨੁਕਸਾਨ ਕਰਦਾ ਹੈ। ਕਿਉਂਕਿ ਉਹ ਜਿਹੜੀ ਦੇਗ ਆ, ਜਿਹੜੀ ਸਭ ਨੇ ਛਕਣੀ ਹੁੰਦੀ ਹੈ, ਉਸ ਨੂੰ ਫਿਰ ਆਪਣੇ ਕੰਟਰੋਲ 'ਚ ਕਰਨ ਦੀ ਟਰਾਈ ਕਰਦਾ ਆ। ਤੇ ਉਹਦੇ ਇਵਜ ਦੇ ਵਿੱਚ ਲੋਕਾਂ ਤੇ ਫਿਰ ਗਲਤ ਤੇਗ ਵਾਹੁੰਦਾ ਆ, ਜ਼ੁਲਮ ਕਰਦਾ ਆ। ਜਿਹੜੇ ਸਾਡੇ ਕਿਸਾਨ ਭੈਣ ਭਰਾ ਸਭ ਇਸ ਤਰੀਕੇ ਨਾਲ ਜੂਝ ਰਹੇ ਨੇ ਨਾ, ਅਸੀਂ ਕਈ ਵਾਰੀ ਮੈਸੇਜ ਹੀ ਸਹੀ ਰੂਪ ਵਿੱਚ ਨਹੀਂ ਲੈ ਪਾਏ। ਉਹਨਾਂ ਦੀ ਸਟਰਗਲ ਸਾਡੇ ਸਮਝਣ ਤੋਂ ਵੀ ਪਰੇ ਹੈ। ਸ਼ਾਇਦ ਉਹਨਾਂ ਨੂੰ ਵੀ ਅਹਿਸਾਸ ਨਹੀਂ ਕਿੱਡੀ ਵੱਡੀ ਸਟਰਗਲ ਵਿੱਚ ਜੂਝ ਰਹੇ ਨੇ। ਉਹ ਸਟਰਗਲ ਜਿਹੜੀ ਹੈ, ਜਿਹੜੀਆਂ ਆ ਕੌਮਾਂਤਰੀ ਬਹੁਰਾਸ਼ਟਰੀ ਨਿਜ਼ਾਮ ਆ ਜਿਹੜਾ ਸਾਰੇ ਦਾ ਸਾਰਾ ਕਾਰਪੋਰੇਟ ਵਰਲਡ ਆ, ਇਹਦੇ ਨਾਲ ਟਕਰਾ ਰਹੇ ਨੇ। ਉਹ ਇਹਨਾਂ ਤੋਂ ਜਿਹੜਾ ਆਮੋ ਖਾਸ ਹੈ ਉਹਦੀ ਖੱਲ ਬਚਾਉਣ ਵਾਸਤੇ ਉਹ ਜੂਝ ਰਹੇ ਨੇ ਉੱਥੇ। ਪਰ ਇਹ ਅਹਿਸਾਸ ਇਹ ਹੈ, ਇਹਦਾ ਪਤਾ ਹੋਏ ਕਿਸੇ ਨੂੰ ਤਾਂ ਆ ਨਾ। ਸਾਡੇ ਤੇ ਆਪਣੇ ਸੈਲਫ ਇੰਟਰਸਟ ਹੀ ਬੜੇ ਹਾਵੀ ਨੇ ਸਾਡੇ ਉੱਤੇ, ਕੀ ਕਰਾਂਗੇ ਅਸੀਂ।
ਸਾਡੀ ਤੇ ਜਿਹੜਾ ਆ ਦਾਇਰਾ ਕਿਸੇ ਹੋਰ ਰੂਪ ਦੇ ਵਿੱਚ ਆ। ਖੈਰ ਉਸ ਪਾਸੇ ਨਾ ਜਾਵਾਂ, ਅਦਰਵਾਈਜ਼ ਬਾਤ ਲੰਬੀ ਹੋ ਜਾਏਗੀ। ਹੁਣ ਜਿਹੜੀ ਬਾਤ ਇੱਥੇ ਆ ਰਹੀ ਹੈ ਕਿ ਬੰਦਾ ਕੋਈ ਸ਼ੋਖ ਰੰਗ ਦੇਖਿਆ, ਕੋਈ ਚੀਜ਼ ਦੇਖੀ ਬਾਹਰ, ਇੱਕਦਮ ਅੰਦਰ ਥਾਟ ਜਿਹੜਾ ਪॉप ਅਪ ਹੋਇਆ, ਯਾ ਆਈ ਵਾਂਟ ਇਟ, ਇਫ ਆਈ ਕੈਨ ਗੈਟ ਦਿਸ ਕਾइंड ऑफ even piece of clothing, this kind of car, this kind of household, this kind of property, business, ਇਸ ਤਰੀਕੇ ਨਾਲ। ਫਿਰ ਇਹ ਸਭ ਦੇ ਵਿੱਚ ਗਵਾਚਿਆ ਹੋਇਆ ਬੰਦਾ ਜਿਹੜਾ ਹੈ ਨਾ, ਉਹ ਬਹੁਤ ਬੁਰੀ ਤਰ੍ਹਾਂ ਇਹਦੇ ਵਿੱਚ ਆਲੂਫ ਹੋ ਜਾਂਦਾ ਹੈ, ਸੂਫ ਨਹੀਂ ਰਹਿੰਦਾ। ਉਹ ਇਤਨਾ ਜ਼ਿਆਦਾ ਗੜੂੰਦ ਹੋ ਜਾਂਦਾ, ਇਨਵੋਲਵ ਹੋ ਜਾਂਦਾ ਹੈ। ਬਾਹਰ ਉਹਦੇ ਹੱਥਾਂ ਨੂੰ ਕੋਈ ਚੀਜ਼ ਮਿਲੇ ਨਾ ਮਿਲੇ, ਅੱਖਾਂ ਨੇ ਵੇਖ ਲਿਆ, ਮਨ ਨੇ ਬਸ ਅੰਦਰ ਉਸੇ ਚੀਜ਼ ਦੇ ਵਿੱਚ, ਭਾਵੇਂ ਉਹਨੂੰ ਪਾਣ ਦੀਆਂ ਸਕੀਮਾਂ, ਭਾਵੇਂ ਨਾ ਪਾ ਸਕਣ ਦਾ ਜਿਹੜਾ ਹੈਗਾ ਹਸਰਤ, ਉਹ ਸਭ ਚੱਲੀ ਜਾ ਰਿਹਾ ਅੰਦਰ। ਫਿਰ ਇਹੋ ਜਿਹਾ ਬੰਦਾ ਸਿਮਰਨ ਕਿੱਥੇ ਕਰੇਗਾ? ਸਿਮਰਨ ਤੇ ਫਿਰ ਵਿਖਾਵਾ ਹੀ ਹੈ, ਭੁਲੇਖਾ ਹੀ ਹੈ। ਬੰਦੇ ਨੂੰ ਲੱਗ ਰਿਹਾ ਮੈਂ ਜਪਜੀ ਪੜ੍ਹ ਰਿਹਾ ਵਾਂ। ਜਪਜੀ ਕਿੱਥੇ ਪੜ੍ਹ ਰਿਹਾ ਤੂੰ? ਤੇ ਕੁਛ ਅੰਦਰ ਜਿਹੜੀ ਪਹਾੜੇ ਚੱਲ ਰਹੇ ਨੇ ਉਹੀ ਬੋਲ ਰਹੇ ਨੇ ਅੰਦਰ ਤੇ। ਸੋ ਇਹ ਹੈ ਸਿਮਰਨ ਦਾ ਮਤਲਬ, ਇਹਨਾਂ ਨੂੰ ਅਲਾਇਨ ਕਰਨਾ ਆ। ਇਸ ਥਾਟ ਪ੍ਰੋਸੈਸ ਦੇ ਵਿੱਚ ਇੱਕ ਨਿਸ਼ਕਾਮਤਾ ਲੈ ਕੇ ਆਉਣੀ ਹੈ, ਇੱਕ ਐਸਾ ਰੰਗ। ਆਪਾਂ ਬੀਤੇ 2 ਰੋਜ਼ ਤੋਂ ਪਹਿਲਾਂ ਬਾਤ ਕਰ ਰਹੇ ਸੀ ਨਾ ਕਿ ਗੁਰੂ ਮਹਾਰਾਜ ਦੇ ਪਾਵਨ ਬਚਨਾਂ ਨੂੰ ਵਿਚਾਰਦਿਆਂ ਹੋਇਆਂ ਕਿ ਸਤ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਐਗਜ਼ੈਕਟਲੀ ਉਹਦੇ ਨਾਲ ਜੇ ਪੈਰਲਲ ਦੇਖਦੇ ਹਾਂ ਹੋਰ ਸ਼ਬਦਾਂ ਨੂੰ, ਸਤ ਸੇਵਾ ਕੀਤੀ ਸਫਲ ਹੈ, ਜਿੱਥੇ ਬਾਤ ਕੀਤੀ ਸਭ ਨੇ ਕਿਹਾ, ਉੱਥੇ ਕਿਹਾ ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਸੇਵਾ ਨਿਹਕਾਮ, ਨਿਸ਼ਕਾਮ ਭਾਵ ਵਿੱਚ ਲੈ ਕੇ ਆਉਂਦੀ। ਮੇਰਾ ਕੋਈ ਆਪਣਾ ਸਵਾਰਥ ਹੀ ਕੋਈ ਨਹੀਂ ਹੈਗਾ ਵਿੱਚ। ਫਿਰ ਸੁਆਮੀ ਆਪ ਖੜ ਜਾਂਦਾ ਵਿੱਚ ਆ ਕੇ। ਜਾਂ ਕਰਤਾ ਪੁਰਖ ਖਲੋਵਾ ਤਾਂ ਵਾਲ ਨਾ ਵਿੰਗਾ ਹੋਵਾ, ਜਦੋਂ ਅਸੀਂ ਇਹੋ ਸ਼ਬਦ ਪੜ੍ਹਦੇ। ਨਿਸਵਾਰਥ, ਵੀ ਮੈਂ ਤਾਂ ਇੱਕ ਵੱਡੇ ਕਾਜ਼ ਲਈ ਇੱਥੇ ਆਇਆ ਵਾਂ, ਉਹਨੂੰ ਨਿਭਾਉਣਾ ਹੈ। ਸੂਫੀ ਉਹ ਹੋ ਜਾਂਦਾ ਹੈ। ਉਹਦੀ ਫਿਰ ਜ਼ਬਾਨ ਤੇ ਰਸਨਾ ਤੇ ਬਾਣੀ ਕਹਿੰਦੀ ਹੈ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਇਹ ਗੁਰਮੁਖ ਹੈ। ਇਹ ਹੈ ਨਾਨਕ ਦਾਸ ਮੁਖ ਤੇ ਜੋ ਬੋਲੇ, ਹੀ ਹਾਂ ਉਹ ਹਾਂ। ਕਿਉਂਕਿ ਮੁਖ ਉਹਦਾ ਤੇ ਰਹਿ ਨਹੀਂ ਨਾ ਗਿਆ, ਮੁਖ ਤੇ ਗੁਰੂ ਦਾ ਹੋ ਗਿਆ, ਗੁਰਮੁਖ ਹੋ ਗਿਆ ਉਹ। ਇਹ ਰੂਪ ਆ। ਪਰ ਇਹ ਦਾਵਾ ਨਹੀਂ ਗਾ ਇੱਥੇ। ਜਿਨ੍ਹਾਂ ਨੇ ਇਸ ਸਟੇਟ ਆਫ ਮਾਈਂਡ ਨੂੰ ਵਰਨ ਵੀ ਕੀਤਾ ਆ। ਹਾਲਤ ਕੈਸੀ ਹੈ? ਭਗਤ ਫਰੀਦ ਜੀ ਦੇ ਬਚਨ ਕਹਿ ਰਿਹਾ ਸੀਗਾ ਮੈਂ, ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਮੈਂ ਗੁਨਾਹਾਂ ਦੀ ਮੂਰਤੀ ਹਾਂ ਸਭ ਦੇ ਵਿੱਚ। ਲੋਕ ਕਹੇ ਦਰਵੇਸ਼, ਹਾਂ ਲੋਕਾਂ ਦੇ ਭਾਣੇ ਮੈਂ ਦਰਵੇਸ਼ ਹਾਂ। ਇਹ ਜਿਹੜਾ ਸੈਲਫ ਐਨਾਲਿਸਿਸ ਕਰਨਾ ਆ, ਤੁਸੀਂ ਆਪਣੇ ਸਨਮੁਖ ਖੜੇ ਹੋ ਕੇ ਆਪ ਨੂੰ ਨਿਹਾਰੋ। ਪਹਿਲਾਂ ਜਿੰਨਾ ਆਪਣੇ ਆਪ ਨੂੰ ਸਨਮੁਖ ਹੋ ਕੇ ਨਿਹਾਰੋਗੇ, ਨੇੜੇ ਹੋ ਕੇ ਨਿਹਾਰੋਗੇ, ਕਲੋਜ਼ ਬਾਏ ਵੇਖੋਗੇ, ਇਨ ਏ ਕਲੋਜ਼ ਅਪ ਇਫ ਯੂ ਕੈਨ ਹੈਵ ਅ ਲੁੱਕ, then definitely it's going to tell you what are you missing, what kind of errors you have to eliminate, you have to work on them. ਇੱਥੋਂ ਫਿਰ ਸੁਧਾਰ ਦੀ ਬਾਤ ਹੁੰਦੀ ਸ਼ੁਰੂ। ਇਹ ਹੈ ਮਨ ਸਾਧੇ ਸਿੱਧ ਹੋਏ, ਇਹ ਹੈ ਸਾਧਨ ਦੀ ਬਾਤ। ਤੇ ਕਈ ਵਾਰ ਇਹ ਵੀ ਹੁੰਦਾ ਆ, ਜਿਵੇਂ ਸਪੋਜ਼ ਕਰੋ ਬਹੁਤ ਵੱਡਾ ਕੰਮ ਹੋਏ ਕੋਈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਜਿੱਥੇ ਮੈਲ ਹੀ ਮੈਲ ਪਈ ਹੋਏ ਨਾ ਕੁਛ। ਫਿਰ ਬੰਦਾ ਕਹਿੰਦਾ ਵੀ ਮੈਲ ਤੇ ਆਲਰੇਡੀ ਬੜੀ ਹੈ, ਜੇ ਸਾਰੀ ਜ਼ਿੰਦਗੀ ਵੀ ਲੱਗ ਗਈ ਤੇ ਮੈਲ ਤੇ ਤਾਂ ਵੀ ਦੂਰ ਨਹੀਂ ਹੋਣੀ। ਸੋ ਇਸ ਕਰਕੇ ਠੀਕ ਆ, ਲੈਟਸ ਲਿਵ ਲਾਈਫ ਐਜ਼ ਏ ਮਨਮੁਖ। ਫਿਰ ਉਹ ਮਨਮੁਖ ਜਿਹੜਾ ਆਪ ਤੇ ਮਨਮੁਖ ਹੈ ਹੀ ਹੈ, ਫਿਰ ਅਲਟੀਮੇਟਲੀ ਜੀਵਨ ਵੀ ਐਸਾ ਕਮਾਉਂਦਾ ਆ। ਪਹਿਲਾਂ ਹੀ ਦੂਰੀ ਬੜੀ ਸੀ, ਹੋਰ ਦੂਰੀ ਵਧਾਉਂਦਾ ਲੱਗਾ ਜਾਂਦਾ, ਦੂਰ ਹੀ ਦੂਰ ਹੋਈ ਜਾਂਦਾ ਇਸ ਰੂਪ ਦੇ ਵਿੱਚ। ਸੋ ਸਾਹਿਬ ਮਹਾਰਾਜ ਬਿਆਨ ਕਰਦੇ, ਜਿਹੜਾ ਮਨ ਦਾ ਮੁਰੀਦ ਹੈ ਉਹਦੀ ਬਾਤ ਹੋਈ, ਮਨਮੁਖ ਵਿਛੜੀ ਦੂਰ। ਮਨ ਦਾ ਮੁਰੀਦ ਵਿਛੜਿਆ ਤੇ ਦੂਰੀ ਦੇ ਵਿੱਚ ਇਜ਼ਾਫਾ ਕੀਤਾ। ਹਾਲਾਂਕਿ ਚਾਹੀਦਾ ਤੇ ਇਹ ਹੈ, ਅਸੀਂ ਜਿਹੜਾ ਡੈਸਟੀਨੇਸ਼ਨ ਆ ਉਹਨੂੰ ਕਿਸੇ ਤਰੀਕੇ ਦੇ ਨਾਲ ਕਵਰ ਕਰੀਏ,
ਉਹਨੂੰ ਜਿਹੜਾ ਹੈਗਾ ਡਿਸਟੈਂਸ ਕਵਰ ਕਰਨਾ ਚਾਹੀਦਾ ਹੈ। ਪਰ ਡਿਸਟੈਂਸ ਦੇ ਵਿੱਚ ਬੰਦਾ ਇਜ਼ਾਫਾ ਕਰਦਾ ਲੱਗਾ ਜਾਏ, ਬੰਦਾ ਵਧਾਉਂਦਾ ਲੱਗਾ ਜਾਏ, ਸਪਿਰਿਚੁਅਲ ਸਾਈਡ ਤੋਂ, ਅਧਿਆਤਮੀ ਸਾਈਡ ਤੋਂ, ਸੋਝੀ ਦੇ ਪੱਖ ਤੋਂ, ਗਿਆਨ ਦੇ, ਜੀਵਨ ਦੇ ਚੰਗੇਰੇ ਪੱਖ ਤੋਂ, ਤੇ ਹੋਏਗਾ ਕਿ ਇਸੇ ਲਈ ਤੁਸੀਂ ਦੇਖਦੇ ਨਾ ਕਈ ਵਾਰੀ ਆਪ ਕਦੀ ਲੋਕ ਕਾਫੀਏ ਪੜ੍ਹੋ ਜਾਂ ਈਵਨ ਬੜਾ ਜਿਵੇਂ ਰਾਈਟਿੰਗਸ ਪੜ੍ਹੋ, ਉਰਦੂ ਲਿਖਾਰੀ, ਗਜ਼ਲ ਗੋ ਵਗੈਰਾ, ਜਿਹਦੇ 'ਚੋਂ ਕਈ ਵਾਰ ਤੁਸੀਂ ਸੁਣਦੇ ਇਹੋ ਜਿਹੀਆਂ ਚੀਜ਼ਾਂ ਕਿ वो बारिश, वो कागज़ की कश्ती, वो बारिश का पानी, बड़ी खूबसूरत वो बचपन की कहानी, वो नानी की कहानी, कुछ इस तरीके दे नाल मेरी सारी जवानी लै लो पर मैनू मेरा बचपन लुटा दिओ, इहदी सारी बात चल रही है। वाई वट सो स्पैशल इन एनी चाइल्डहुड? बच्चे नूं पुछ के देखो किन्नी किन्नी हालत उहदी पतली है, ਉਹਦੀ ਤੋਂ ਉਹਨੂੰ ਤਾਂ ਵਿਚਾਰੇ ਨੂੰ ਕੁਛ ਵੀ ਚੰਗਾ ਲੱਗੂ, ਕਹਿੰਦਾ ਕਿੱਡੀ ਜਲਦੀ ਹੈ ਵੱਡਾ ਹੋਵਾਂ, ਹੁਕਮ ਚਲਾਵਾਂਗਾ ਆਪਣਾ, ਮਰਜ਼ੀ ਕਰਾਂਗਾ ਆਪਣੀ। ਹੁਣ ਤੇ ਸਾਰਿਆਂ ਦੀ ਸੁਣਨੀ ਪੈਂਦੀ ਹੈ, ਸਾਰੇ ਮੈਨੂੰ ਜਿਹੜਾ ਆ ਡਾਂਟਦੇ, ਫਟਕਾਰਦੇ, ਮੈਨੂੰ ਦਾਬੇ ਲਾਉਂਦੇ, ਟੀਚਰ ਵੀ, ਪੇਰੈਂਟਸ ਵੀ, ਜਿਹੜਾ ਹੈਗਾ ਆਲੇ ਦੁਆਲੇ ਕੋਈ ਵੀ ਹੈਗਾ। ਮੈਂ ਤੇ ਬੜਾ ਜ਼ਿਆਦਾ ਸਾਰਿਆਂ ਵਾਸਤੇ ਇੱਕ ਤਰ੍ਹਾਂ ਦੇ ਨਾਲ ਆਮ ਕਾਈਂਡ ਆਫ ਵਿਕਟਮ। ਸੋ ਇੱਥੇ ਰੂਪ ਵਿੱਚ ਪਤਾ ਲੱਗਾ ਕਿ ਬਚਪਨ ਨੂੰ ਤਾਂ ਕੋਈ ਵੀ ਜੀਣਾ ਨਹੀਂ ਚਾਹੁੰਦਾ। ਫਿਰ ਕਿਉਂ ਕੋਈ ਯਾਦ ਕਰਦਾ ਆ ਬਚਪਨ ਨੂੰ ਵਾਰ-ਵਾਰ, ਕਿਉਂ ਰੋਂਦਾ ਆ? ਜਦੋਂ ਬੰਦਾ ਬਹੁਤ ਇੰਟਰਨਲ ਸਾਈਡਸ ਤੋਂ ਆਪਣੇ ਆਪ ਨੂੰ, ਆਪਣੀ ਜਿਹਨੂੰ ਕਹਿ ਲਓ ਕਿ ਇਨਰ ਅਨਾਲਿਸਿਸ ਜਾਂਦਾ ਆ ਨਾ, ਫਿਰ ਉਹਨੂੰ ਲੱਗਦਾ ਹੈ ਬਚਪਨ ਵਧੀਆ ਸੀਗਾ, ਮੈਂ ਹੁਣ ਨਾਲੋਂ ਚੰਗਾ ਸੀ, ਭੋਲਾ ਸੀ, ਸ਼ਰੀਫ ਸੀ, ਗੁਣ ਸੀ, ਸਾਦਗੀ ਸੀ, ਸਨੇਹ ਸੀ, ਵਿਸ਼ਵਾਸ ਸੀ, ਬਹੁਤ ਕੁਝ ਸੀਗਾ। ਆ ਕੀ ਬਣਿਆ? ਜੋ ਬੰਦੀ ਦਹਲੀਜ਼ ਤੇ ਆ ਕੇ ਉਮਰ ਦੇ ਵਡੇਪੇ ਦੇ ਨਾਲ ਕੀ ਗਵਾ ਲਿਆ? ਸਭ ਕੁਝ ਹੀ ਚਲਾ ਗਿਆ। ਉਹ ਚਲੀ ਗਈ ਅਭੁੱਲਤਾ, ਉਹ ਸਨੇਹ, ਉਹ ਪਵਿੱਤਰਤਾ, ਉਹ ਖਲੂਸ। ਹੁਣ ਇਹ ਜਿਹੜੀ ਚੀਜ਼ ਹੈ, ਇਹ ਹੈ ਮਤਲਬ ਇਹ ਸਮੇਂ ਨੇ, ਉਮਰ ਨੇ, ਐਕਸਪੀਰੀਅੰਸ ਨੇ, ਉਹ ਸਾਰੇ 'ਚ ਦੂਰੀ ਉਹਨੇ ਨਹੀਂ ਵਧਾਈ। ਨਾ ਨਾ ਨਾ, ਉਹਨੇ ਤਾਂ ਬਲਕਿ ਤੈਨੂੰ ਇੰਪਾਵਰਮੈਂਟ ਦੇਣੀ ਸੀਗੀ। ਹੁਣ ਹਾਲਤ ਇਹ ਬਣੀ ਕਿ ਤੇਰਾ ਮੂੰਹ ਹੀ ਦੂਸਰੇ ਪਾਸੇ ਨੂੰ ਹੋ ਗਿਆ, ਡਾਇਰੈਕਸ਼ਨ ਹੀ ਗਲਤ ਲੈ ਲਈ। ਉਹ ਸਾਰੀ ਐਨਰਜੀ ਤੇਰੇ ਅੰਦਰ ਅੱਛਾਈਆਂ, ਚੰਗਿਆਈਆਂ, ਸਨੇਹਤਾ, ਅੰਦਰ ਦੇ ਸ਼ੁਭਤਾ ਨੂੰ ਵਧਾਉਣ ਦੀ ਬਜਾਏ ਉਹਦੇ ਤੋਂ ਤੈਨੂੰ ਘਟਾਉਂਦਾ ਲੱਗਾ ਗਿਆ, ਦੂਰ ਕਰਦਾ ਗਿਆ। ਇਹਨੂੰ ਇਸ ਰੰਗ 'ਚ ਦੇਖਣਾ, ਜੀਵਨ ਦਾ ਸੁੱਖ ਜਸਟ ਕੰਫਰਟ ਅਰਨ ਕਰਨ 'ਚ ਨਹੀਂ ਹੈਗਾ। ਕੰਫਰਟ ਫਿਜ਼ੀਕਲ ਸਾਈਡਸ ਤੋਂ ਥੋੜ੍ਹਾ ਬਹੁਤਾ ਬੰਦੇ ਨੂੰ ਇੱਕ ਅਹਿਸਾਸ ਦਿੰਦਾ ਕਿ ਯੈਸ ਤੇਰੇ ਕੋਲ ਬਹੁਤ ਕੁਛ ਆ। ਇਹਦੇ 'ਚੋਂ ਹੰਕਾਰ ਵੱਧਦਾ ਹੈ, ਈਗੋ ਵੱਧਦੀ ਹੈ, ਇਹੋ ਜਿਹੀਆਂ ਚੀਜ਼ਾਂ ਦੇ ਅੱਗੇ ਜਾ ਕੇ ਸ਼ਬਦ ਦੇ ਜ਼ਿਕਰ ਆਏਗਾ ਦਾ। ਕੰਫਰਟ ਕੈਨ ਨੋਟ ਇਨਕਰੀਜ਼ ਆਵਰ ਲੈਵਲ ਆਫ ਹੈਪੀਨੈਸ। ਜਿਹੜਾ ਖੁਸ਼ਨੁਮਾ ਅਹਿਸਾਸ ਆ ਨਾ, ਇਹ ਤੇ ਜੀਵਨ ਦੀ ਸ਼ੁਭਤਾ ਤੇ ਸ਼ੁੱਧਤਾ ਦੇ ਵਿੱਚੋਂ ਨਿਕਲਦਾ ਆ। ਇਸ ਲਈ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ। ਇੱਥੇ ਮਹਿਲ ਸੁੱਖ ਦਾ ਪ੍ਰਤੀਕ ਹੈ, ਖੁਸ਼ੀ ਦਾ ਪ੍ਰਤੀਕ ਹੈ। ਮਹਿਲ ਰਾਜਿਆਂ ਮਹਾਰਾਜਿਆਂ ਦੇ ਹੁੰਦੇ ਸੀਗੇ, ਜਿੱਥੇ ਬੇਗਮਾਂ ਵਸਦੀਆਂ ਸੀਗੀਆਂ, ਜੋ ਕਿ ਇਸਤਰੀਵਾਚੀ ਸ਼ਬਦ ਹੈ ਸਾਰਾ, ਜਿਹਨੂੰ ਗਾਮੀ ਕੋਈ ਨਹੀਂ, ਜਿਹਦੇ ਵਾਸਤੇ ਰਾਜਾ ਆਪ ਭਾਵੇਂ ਜੰਗ 'ਚ ਲੜੇ, ਦੁਖੀ ਹੋਏ, ਜੋ ਮਰਜ਼ੀ ਹੋਏ, ਪਰ ਉਹਨੇ ਆਪਣੀ ਬੇਗਮ ਜਿਹੜੀ ਹੈ ਉਸ ਨੂੰ ਤੇ ਉਹਨੇ ਸਭ ਕੁਝ ਪ੍ਰੋਵਾਈਡ ਕਰਨਾ ਹੈ ਨਾ। ਉਹਨੂੰ ਤੇ ਜਿਹੜਾ ਬਿਲਕੁਲ ਗਮ ਵਿਹੀਨ ਕਰਤਾ, ਉਸਨੇ ਗਮ ਤੋਂ ਦੂਰ ਕਰਤਾ। ਇੱਥੇ ਸਭ ਕਹਿੰਦੇ ਕਿ ਇਹ ਜਿਹੜਾ ਖੁਸ਼ੀ ਦਾ, ਸੁੱਖ ਦਾ ਮਹਿਲ ਆ, ਇਹਦੇ ਤੋਂ ਤਾਂ ਦੂਰੀ ਬਣ ਗਈ। ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ, ਬਲ ਗਈ ਬਲਰਾਮ ਜੀਓ। ਦੇਖੋ ਬਲ ਲਫ਼ਜ਼ 2 ਵਾਰ ਆਇਆ ਇੱਥੇ, ਬਲ ਗਈ ਬਲਰਾਮ ਜੀਓ। ਸਪੈਲਿੰਗ ਵੀ ਇੱਕੋ ਜਿਹੇ ਨੇ ਦੋਨਾਂ ਦੇ, ਬੱਬਾ ਲੱਲਾ, ਲੱਲੇ ਨੂੰ ਸਿਹਾਰੀ, ਦੋਨਾਂ ਪਾਸੇ ਲੱਲੇ ਨੂੰ ਸਿਹਾਰੀ ਹੈ, ਪਰ ਜਦੋਂ ਅਰਥ ਭਾਵ ਦੇਖਦੇ ਹੋ ਬਿਲਕੁਲ ਡਿਫਰੈਂਟ ਨੇ। ਇੱਕ ਦਾ ਮਤਲਬ ਬਲਰਾਮ ਆ, ਇਹਦਾ ਬੜਾ ਡਿਟੇਲ 'ਚ ਜ਼ਿਕਰ ਅੱਗੇ ਜਾ ਕੇ ਕਰ ਦਿਆਂਗੇ ਅਸੀਂ, ਪਰ ਇਹਦਾ ਮਾਇਨਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਬਲ, ਉਹਦੀ ਤਾਕਤ, ਸਟਰੈਂਥ ਜਿਹਨੂੰ ਅਸੀਂ ਕਹਿੰਦੇ ਆ। ਜਿਹੜਾ ਪਹਿਲਾ ਲਫ਼ਜ਼ ਇਹਦੇ ਵਿੱਚ ਆਇਆ ਹੈ, ਬਲ ਗਈ, ਬਲ ਜਾਣਾ, ਜਲ ਬਲ ਜਾਣਾ, ਤਨ ਜਲ ਬਲ ਭਇਆ, ਮਨ ਮਾਇਆ ਮੋਹ ਮਨੂਰ, ਜਿਹਨੂੰ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ। ਜਿਹੜਾ ਆ ਜਲ ਜਾਣਾ, ਸੜ ਜਾਣਾ, ਬਲ ਜਾਣਾ, ਭਾਂਬੜ ਵਾਂਗ ਮੱਚ ਜਾਣਾ। ਹੁਣ ਇਹ ਜਿਹੜੀ ਬਾਤ ਹੋ ਰਹੀ ਹੈ, ਇਹ ਹੋ ਰਹੀ ਹੈ
ਤ੍ਰਿਸ਼ਨਾਲੂ ਬਿਰਤੀ ਦੇ ਵਿੱਚ ਬਲਣਾ। ਜਿਹੜੀ ਅੱਗ ਆ ਇਹ ਸਿਰਫ ਜਠਰ ਜਾਂ ਬੜਵਾ ਇਹ ਅਗਨ ਨਹੀਂ ਇਕੱਲੀ ਹੁੰਦੀ। ਜਿਹੜੀ ਸਭ ਤੋਂ ਖਤਰਨਾਕ ਅੱਗ ਆ ਹੈ ਬੰਦੇ ਦੇ ਅੰਦਰ ਤ੍ਰਿਸ਼ਨਾਲੂ ਬਿਰਤੀ 'ਚ ਹਰ ਵਕਤ ਬਲਦੇ ਰਹਿਣਾ। ਜਿਵੇਂ ਦਾਨਿਸ਼ਮੰਦ ਦਾ ਬਚਨ, ਦਾਨਿਸ਼ਮੰਦ ਦਾ ਬੋਲ ਹੈ ਨਾ, ਉਹ ਕਹਿੰਦਾ ਹੈ ਕਿ ਨਾ ਮੈਂ जुगनू हूँ ना सितारा हूँ, जाने फिर भी क्यों लोग मुझसे जलते हैं। तुसी देखते हो जुगनू जिहड़ी खास करके लाइट बग हुंदा आ, बी हुंदी आ, जल इस तरीके नाल चमके लाइट ते उहदे नेरी रात विच आउंदे ने, या आसमान ते चमकण वाला तारा। रोशनी ते हुंदी, रोशनी अग विचों निकलदी है, पर उस रोशनी दे विचों अग नहीं निकलदी, पर लोग उन्हां तो जलते ने। मीन एक बिना अग तो भी जलन की बात आ। आले दुआले जो चमक पैंदी अखां दे विच, किसी कोल कोई चंगी चीज़ देखते आ, कोई ईवन गुण किसी का देखते हैं, किसी की शोभा देखते हैं, अंदर साड़ा पैदा होता है। बल जाना ये है, ये बल जाना बहुत तंग करता है। ये साड़ा जिहड़ा आ ये सच्चाई ये है, ऐसी अग आ जिहड़ी उवें ते नहीं मचदी, पर ये जिस तरीके नाल मचदी है ये बाहर दा ते कुछ नहीं बालदी, साडे अंदर दियां सोचां दे च बल बल के साडे हड्ड बालदी है, साडे ही दिमाग दा मगज बालदी है, साडे ही ख्यालां दी दुनिया दे विच भांबड़ मचाउंदी है, जिहदे चों बंदा आप क्रुजदा आ, आप तड़पदा आ। इस तड़पण का कोई होर इलाज नहीं गा सवाए मनमुख तो गुरु के सन्मुख होने ते गुरमुख होने तो। अगली लाइन ना ले लीए क्योंकि अदरवाइज बात फिर साड़ी रह जाएगी। अंतर ममता कूर कूड़ विहाजे कूड़ लई बलराम जियो। अंतर ममता कूर, कूर कूड़ नूं ही कहा गया, कूर ते कूड़ दो बारी लफ्ज यूज किया। एक बारी तद भव्या, पहला कूर का मतलब तदभव वर्ड आ, एज ए जैसी पीस ऑफ पार्ट ऑफ स्पीच देखते है वो है कि ये मायने कूड़ तो ने पर लिखिया कूर आ। सो बचने आया कि अंतर ममता कूर कूड़ विहाजे कूड़ लई बलराम जियो। जिहड़ा अंदर कूड़ दी ममता आ जानी। कूड़ दी ममता, जिवें सपोज करो कोई किसी नूं ये शीशा विखाउंदा है कि देख तेरे च प्रॉब्लम हैगी है, तो बंदा उस प्रॉब्लम दे दूर करने की बजाय जिहड़ा बंदा ये प्रॉब्लम दस रहा है कि ओके आई नो वट टू डू, अज तो बाद तेरा बायकाट किया। हुण इहदे नाल की होया, जिहड़ी अंदर कमी सीगी उहदे ते ममता कर लई। यह है मैल नूं प्यार करना, असल तो दूर भजना। साडे जीवन च यही हुंदा आ, जिन्हों साहब ने कहा सीगा भी साकत हर साधना जाने क्यों तिन अंतर होमै कंडा है, ज्यों ज्यों चलें चुभै दुख पावें जमकाल सहें सिर डंडा है। इत्थे गुरु बाबा जी बात करदे कि जदों ये हालत बन गई अंतर ममता कूड़ कूड़ विहाजे कूड़ लई बलराम जियो, तो कूड़ ही फिर कमाई गया। एक कूड़ ते ममता आ, माड़ा खोदियां ते माड़ा होर कमा रहा, माड़ा होर करी जा रहा, तो अखीर जिहड़ा माड़ापन इतना क वध जाएगा, चंगियाई अच्छाई उहदा सुपना भी नहीं आएगा, वो किते ख्याल भी पो नहीं सकेगा। आप देखोगे ऐसे आलमी बाणी का साडे कोल खजाना आ। साडे घरां परिवारां सानूं लोग मिलते जिन्होंने ये बिल्कुल अपील ही नहीं करती चीज़। क्यों? क्योंकि जीवन बिल्कुल कूड़ चला गया। ये चीज़ की कोई दूरों नेड़ों भी सोझ ही नहीं है, ये बारे एहसास ही नहीं हैगा। अगला बचन लिखा साहब ने, कूड़ कपट कमावै महान दुख पावै विण सतगुर मग ना पाया। कपटी बंदा कूड़ दे विच गलतान जिहड़ा आ महा दुख पावे, वड्डा दुख प्राप्त करदा आ। विण सतगुर मग ना पाया, जिन्हें राह विखाउणा सीगा, जिवें GPS की गल कीती उही छड्ड दिता। मग राह किन्ने पाउणा आ, फिर ते राह पटकना ही है भाई जिन्नी है। उहदी बात हुई कि सब कहंदे उजड़ पंथ पर महंगा वारी खिन खिन धक्के खाया। उजाड़े दे विच गए लोकां नूं खिन खिन एक एक पल जिहड़ा आ
ਧੱਕਿਆਂ ਤੋਂ ਬਿਨਾਂ ਹੋਰ ਕੁਝ ਨਹੀਂ, ਖੁਆਰੀ ਹੈ ਅਸਲ ਦੇ ਵਿੱਚ। ਜਿਹੜੇ ਲੋਕ ਨਿਰੰਕਾਰ ਵਾਲੇ ਪਾਸਿਓਂ, ਕਰਤਾਰ ਵਾਲੇ ਪਾਸਿਓਂ ਉਖੜ ਗਏ, ਜ਼ਿੰਦਗੀ ਦੇ ਵਿੱਚ ਤਿਰਸਕਾਰ ਹੈ, ਵਕਾਰ ਹੈ, ਅਹੰਕਾਰ ਹੈ, ਤੇ ਫਿਰ ਐਂਡ ਆਫ ਦਾ ਡੇ ਜੀਵਨ ਹੀ ਬੇਕਾਰ ਹੈ। that is the journey, that kind of individuals. So Baba ji is saying over here ਕਿ ਭਾਈ ਉਸ ਪਾਸੇ ਜਦੋਂ ਇੱਕ ਵਾਰੀ ਉਖੜ ਗਏ, ਵਿਛੜ ਗਏ, ਫਿਰ ਤੇ ਭਾਈ ਉੱਥੇ ਹੀ ਹੈ ਕਿ ਖਿਨ ਖਿਨ ਧੱਕੇ ਖਾਇਆ, ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ। ਤਰਸ ਵੀ ਆਪ ਹੀ ਕਰਦਾ ਹੋ, ਕਿਤੇ ਸਤਿਗੁਰ ਪੁਰਖ ਆ ਕੇ ਬਾਂਹ ਫੜ ਲੈ, ਭਟਕਿਆਂ ਨੂੰ ਰਾਹ ਵਿਖਾ ਦੇ, ਅੰਨਿਆਂ ਨੂੰ ਨੇਤਰ ਦੇ ਦੇ। ਜੇ ਨੇਤਰ ਨਾ ਵੀ ਦੇ ਤੇ ਘੱਟ ਤੋਂ ਘੱਟ ਆਪਣਾ ਪੱਲੂ ਹੀ ਫੜਾ ਦੇ, ਅੰਨੇ ਨੂੰ ਟੋਹਣੀ ਦੇ ਦੇ। ਇਹ ਤੇ ਜ਼ਿਕਰ ਆਇਆ, ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ, ਜਨਮ ਜਨਮ ਕੇ ਵਿਛੁੜੇ ਜਨਮੇਲੇ ਨਾਨਕ ਸਹਿਜ ਸੁਭਾਏ। ਵਿਛੋੜਾ ਤੇ ਜਨਮਾਂ ਜਨਮਾਂਤਰਾਂ ਤੋਂ ਹੋਇਆ ਹੈ, ਉਹ ਦੂਰੀ ਤੇ ਪਹਿਲੀ ਨਹੀਂ ਪਟ ਰਹੀ, ਪਹਿਲੀ ਨਹੀਂ ਪੂਰੀ ਕਰ ਪਾ ਰਹੇ ਸੀ, ਪਹਿਲੇ ਡਿਸਟੈਂਸ ਕਵਰ ਕਰਨਾ ਹਾਰਡ ਆ, ਤੇ ਉਲਟਾ ਇਹੋ ਜਿਹਾ ਜੀਵਨ ਅਪਣਾ ਲਿਆ, ਡਿਸਟੈਂਸ ਹੋਰ ਜਿਹੜਾ ਹੈਗਾ ਉਹ ਵਧਾਈ ਜਾ ਰਹੇ ਆ, ਫਿਰ ਕਿੱਥੇ ਪੂਰਾ ਪਏਗਾ। ਇਸ ਕਰਕੇ ਸਾਹਿਬ ਨੇ ਕਿਹਾ, ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਿਜ ਸੁਭਾਏ। ਨਾਨਕ ਜਦੋਂ ਤਰਸ ਕਰਦਾ ਉਹ ਫਿਰ ਸਹਿਜੇ ਹੀ ਉਹ ਦੂਰੀ ਵੀ ਪਟਾ ਦਿੰਦਾ, ਤੂੰ ਆਪਣੇ ਨਾਲ ਸਾਂਝ ਵੀ ਬਣਾ ਦਿੰਦਾ। ਅਗਲੇ ਬਚਨ ਦੇ ਵਿੱਚ ਬਿਲਕੁਲ ਡਿਫਰੈਂਟ ਤਰੀਕੇ ਦਾ ਥਾਟ ਹੋਏਗਾ, ਜਿਹਦੀ ਵਿਚਾਰ ਹੁੰਦੇ ਗੱਲ ਕਰਾਂਗੇ। ਅੱਜ ਵਾਸਤੇ ਇੱਥੇ ਦੀ ਸਮਾਪਤੀ। ਸਮੁੱਚੀ ਮਾਨਵਤਾ ਦੇ ਭਲੇ ਦੀ ਅਰਦਾਸ ਕਰਦੇ ਹਾਂ। ਨੋ ਡਾਊਟ ਜਿਨ੍ਹਾਂ ਲੋਕਾਂ ਨੇ ਸਟਰਗਲ ਕਰਕੇ ਇੱਕ ਮੂਵਮੈਂਟ ਇਸ ਲੈਵਲ 'ਤੇ ਲਿਆਂਦੀ, ਉਹਨਾਂ ਲੋਕਾਂ ਲਈ ਵੀ ਅਰਦਾਸ ਹੈ ਭਾਈ, ਇਹ ਵੀ ਹੈ ਮਾਲਕ ਤੌਫੀਕੀਅਤ ਦੇਵੇ ਸਮੁੱਚੇ ਸਮਾਜ ਨੂੰ, ਸਿੱਖ ਸਮਾਜ ਨੂੰ, ਸਮੁੱਚੇ ਸਾਡੇ ਭਾਈਚਾਰੇ ਨੂੰ ਇਸ ਰੂਪ ਦੇ ਵਿੱਚ, ਅਤੇ ਅਸੀਂ ਆਪਣੇ ਜੀਵਨ ਦੇ ਹਰ ਵਰਤਾਓ ਨੂੰ ਬੜੇ ਧਿਆਨ ਨਾਲ ਦੇਖ ਸਕੀਏ। ਇੰਨੀ ਕੁ ਬੇਨਤੀਆਂ ਨੇ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।